ਡੀਅਰ ਸਟੂਡੈਂਟ, ਅੱਜ ਆਪਾਂ ਕਹਾਣੀ ਸੰਸਾਰ ਦਾ 5ਵਾਂ ਪਾਠ ਘੜੀ ਤਾਂ ਖਰਾਬ ਹੋ ਗਈ ਇਹ ਪੜ੍ਹਾਂਗੇ। ਇਹਦੇ ਲੇਖਕ ਹਨ ਗੁਰਦਿਆਲ ਸਿੰਘ। ਆਪਣਾ ਪਾਠ ਹੈ ਜੀ 5ਵਾਂ, ਘੜੀ ਤਾਂ ਖਰਾਬ ਹੋ ਗਈ। ਘੜੀ ਤਾਂ ਖਰਾਬ ਹੋ ਗਈ ਗੁਰਦਿਆਲ ਸਿੰਘ ਦੀ ਲਿਖੀ ਕਹਾਣੀ ਹੈ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇਹ ਦਰਸਾਇਆ ਹੈ ਕਿ ਆਰਥਿਕ ਖੁਸ਼ਹਾਲੀ ਨਿੱਜੀ ਜੀਵਨ ਲਈ ਜੋ ਖੁੱਲ੍ਹ ਪ੍ਰਦਾਨ ਕਰਦੀ ਹੈ, ਉਸ ਨਾਲ ਪਰੰਪਰਾਗਤ ਪਰਿਵਾਰਕ ਰਿਸ਼ਤੇ ਤਿੜਕਦੇ ਹਨ। ਇਸ ਕਹਾਣੀ ਵਿੱਚ ਉਸ ਨੇ ਉਸ ਪਿਓ ਦਾ ਮਾਣ ਟੁੱਟਦਾ ਵਿਖਾਇਆ ਹੈ। ਉਸ ਦਾ ਪੁੱਤਰ ਆਪਣੀ ਮਰਜ਼ੀ ਨਾਲ ਉਸ ਤੋਂ ਬਿਨਾਂ ਪੁੱਛੇ ਵਿਆਹ ਕਰ ਲੈਂਦਾ ਹੈ। ਅਚਾਨਕ ਕੇਲੂ ਦੇ ਇੱਕ ਦਿਨ ਬਿਨਾਂ ਕੋਈ ਖਬਰ ਦਿੱਤੇ ਘਰ ਆਉਂਦਾ ਹੈ। ਉਸ ਦਾ ਪਹਿਰਾਵਾ ਦੇਖ ਕੇ ਉਸ ਦਾ ਪਿਓ ਕੁੰਡਾ ਹੈਰਾਨ ਹੁੰਦਾ ਹੈ। ਕੇਲੂ ਬੰਬਈ ਵੱਲ ਤੇਲ ਕੱਢਣ ਵਾਲੀ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ। 2 ਸਾਲਾਂ ਮਗਰੋਂ ਤਰੱਕੀ ਹੋਣ ਜਾਣ 'ਤੇ ਉਸ ਦੀ ਬਦਲੀ ਅਸਾਮ ਕਰ ਦਿੱਤੀ। 7-8 ਦਿਨ ਉਸ ਨੂੰ ਉੱਥੇ ਜਾਣ ਲਈ ਮਿਲੇ ਸਨ। ਇਸ ਕਰਕੇ ਜਾਂਦਿਆਂ ਜਾਂਦਿਆਂ ਘਰੇ ਗੇੜਾ ਮਾਰਨ ਆ ਗਿਆ। ਉਸ ਦੇ ਮਾਂ-ਪਿਓ ਉਸ ਨੂੰ ਵੇਖ ਕੇ ਬਹੁਤ ਖੁਸ਼ ਸਨ। ਕੇਲੂ ਆਪਣੇ ਪਿਓ ਲਈ ਇੱਕ ਘੜੀ ਤੇ ਇੱਕ ਖੁੰਡੀ ਲੈ ਕੇ ਆਇਆ ਸੀ। ਉਸ ਦਾ ਪਿਓ ਬਿੰਬ ਦਾ ਬਿੰਬ ਦੇਖਦਾ ਰਹਿ ਗਿਆ ਤੇ ਫਿਰ ਵਾਪਿਸ ਫੜਾਉਂਦਾ, ਘੜੀ ਤੇ ਖੁੰਡੀ ਨੂੰ ਵਾਪਿਸ ਫੜਾਉਂਦਾ ਹੋਇਆ ਬੋਲਿਆ, ਸਾਂਭ ਕੇ ਰੱਖ ਛੱਡ, ਤੜਕੇ ਉੱਠ ਕੇ ਵੇਖਾਂਗੇ, ਹੁਣ ਹਨੇਰੇ 'ਚ ਕੀ ਦਿਸਣਾ ਹੈ। ਪਿਓ ਪੁੱਤ ਦੋਵੇਂ ਗੱਲਾਂ ਕਰਦੇ ਰਹੇ ਤੇ ਉਸ ਦੀ ਮਾਂ ਘਰ ਦੇ ਕੰਮਾਂ ਵਿੱਚ ਲੱਗੀ ਰਹੀ। ਦੂਸਰੇ ਦਿਨ ਕੇਲੂ ਨੇ ਆਪਣੇ ਪਿਓ ਨੂੰ ਖੁੰਡੀ ਤੇ ਘੜੀ ਬਾਰੇ ਜਾਣਕਾਰੀ ਦਿੱਤੀ। ਉਹ ਇਹ ਦੋਹਾਂ ਚੀਜ਼ਾਂ ਨੂੰ ਦੇਖ ਕੇ ਬੱਚਿਆਂ ਵਾਂਗ ਹੈਰਾਨ ਹੋ ਰਿਹਾ ਸੀ। ਫਿਰ 3 ਦਿਨ ਘਰੇ ਰਹਿਣ ਤੋਂ ਮਗਰੋਂ ਉਹ ਨੌਕਰੀ 'ਤੇ ਚਲਾ ਜਾਂਦਾ ਹੈ। ਉਸ ਦੇ ਮਾਂ-ਪਿਓ ਉਸ ਦੇ ਜਾਣ 'ਤੇ ਬਹੁਤ ਦੁਖੀ ਹੁੰਦੇ ਹਨ। ਫਿਰ ਆਪਣੇ ਆਪ ਦੇ ਦਿਲ ਨੂੰ ਧਰਵਾਸ ਦਿੰਦੇ ਹੋਏ ਮਨ ਲਾਉਂਦੇ ਹਨ। ਕੇਲੂ ਦੇ ਜਾਣ ਤੋਂ ਅਗਲੇ ਦਿਨ ਹੀ ਕੁੰਡਾ ਨਵਾਂ ਕਮੀਜ਼ ਸਵਾਉਣਾ ਦੇ ਆਉਂਦਾ ਹੈ। ਚੌਥੇ-ਪੰਜਵੇਂ ਦਿਨ ਜਦੋਂ ਕੁੰਡਾ ਨਵਾਂ ਕੁੜਤਾ, ਨਵਾਂ ਪਜਾਮਾ ਤੇ ਚਿੱਟੀ ਮਲਮਲ ਦੀ ਪੱਗ ਬੰਨ੍ਹ ਕੇ ਦੂਹਰੀ ਮੁੱਠ ਵਾਲੀ ਖੁੰਡੀ ਫੜੀ ਸੱਥ ਵਿੱਚ ਆਇਆ ਤਾਂ ਉਸ ਦੇ ਸਾਰੇ ਹਾਣੀ ਉਸ ਦੀ ਖੁੰਡੀ ਤੇ ਘੜੀ ਵੱਲ ਵੇਖਦੇ ਰਹਿ ਗਏ। ਕੁੰਡਾ ਹੁਣ ਪਿੰਡ ਵਿੱਚ ਪੂਰਾ ਰੋਹਬ ਰੱਖਦਾ ਸੀ ਤੇ ਸਾਰੇ ਉਸ ਨੂੰ ਕੁੰਡਾ ਸਿਉਂ ਸਾਹਿਬ ਲੋਕ ਕਹਿਣ ਲੱਗ ਪਏ ਸਨ। ਮਿਰਾਬ ਵੀ ਉਸ ਨਾਲ ਆ ਕੇ ਆਪਣੀ ਘੜੀ ਦਾ ਸਮਾਂ ਮਿਲਾ ਕੇ ਲੈ ਕੇ ਜਾਂਦੇ ਸਨ। ਕੁੰਡੇ ਨੇ ਕੇਲੂ ਨੂੰ ਕਰਜ਼ਾ ਚੁੱਕ ਕੇ ਪੜ੍ਹਾਇਆ ਸੀ ਤੇ 3 ਧੀਆਂ ਦਾ ਵਿਆਹ ਵੀ ਕੀਤਾ ਸੀ। ਜਦੋਂ ਉਸ ਦਾ ਪੁੱਤਰ ਕਮਾਉਣ ਲੱਗ ਪਿਆ ਸੀ ਤਾਂ ਉਹ ਗਹਿਣੇ ਰੱਖੀ ਜ਼ਮੀਨ ਨੂੰ ਛਡਾਉਣ ਬਾਰੇ ਸੋਚਦਾ ਹੈ।
ਕੇਲੂ ਦੁਆਰਾ ਦਿੱਤੀ ਗਈ ਘੜੀ ਤੇ ਖੁੰਡੀ ਨੇ ਉਸ ਦੀ ਟੌਰ ਹੋਰ ਵੀ ਵਧਾ ਦਿੱਤੀ ਸੀ। ਪਿੰਡ ਵਿੱਚ ਕੇਲੂ ਦੀਆਂ ਤਾਰੀਫਾਂ ਹੁੰਦੀਆਂ ਸਨ। ਕੁੰਡਾ ਹੁਣ ਤਾਂ ਮਿੰਟਾਂ ਸਕਿੰਟਾਂ ਦਾ ਹਿਸਾਬ ਰੱਖਦਾ ਸੀ। ਅਚਾਨਕ ਇੱਕ ਦਿਨ ਕੇਲੂ ਦੀ ਚਿੱਠੀ ਆਈ। ਇਹ ਚਿੱਠੀ ਥੋੜ੍ਹੀ ਭਾਰੀ ਜਾਪਦੀ ਸੀ, ਇਸ ਕਰਕੇ ਇਸ ਵਿੱਚ ਕੁਝ ਮੁੰਡੇ ਕੁੜੀਆਂ ਦੀਆਂ ਫੋਟੋਆਂ ਸਨ। ਇਹ ਦੇਖ ਕੇ ਕੁੰਡੇ ਨੂੰ ਚੰਗਾ ਨਹੀਂ ਲੱਗਿਆ। ਆਖਿਰ ਉਹ ਇਹ ਸੋਚ ਕੇ ਆਪਣੇ ਮਨ ਨੂੰ ਟਿਕਾਉਂਦਾ ਹੈ ਕਿ ਜਿਵੇਂ ਦਾ ਦੇਸ਼ ਹੋਵੇ ਉੱਥੇ ਇਵੇਂ ਦਾ ਹੀ ਬਣ ਕੇ ਰਹਿਣਾ ਪੈਂਦਾ ਹੈ। ਕੁਝ ਹੋਰ 2-4 ਮਹੀਨਿਆਂ ਬਾਅਦ ਕੇਲੂ ਦੇ ਸਹੁਰਿਆਂ ਵੱਲੋਂ ਸੁਨੇਹੇ ਤੇ ਸੁਨੇਹਾ ਆਉਣ ਲੱਗ ਪਿਆ। ਕੁੰਡੇ ਨੇ ਕੇਲੂ ਨੂੰ ਕਈ ਚਿੱਠੀਆਂ ਪਾਈਆਂ, ਪਰ ਉਸਨੇ ਕੋਈ ਜਵਾਬ ਨਾ ਦਿੱਤਾ। ਇੱਕ ਦਿਨ ਕੁੰਡੇ ਨੇ ਜਦੋਂ ਆਪ ਉਸ ਕੋਲ ਜਾਣ ਦਾ ਮਨ ਬਣਾਇਆ ਤਾਂ ਉਸ ਨੂੰ ਇੱਕ ਚਿੱਠੀ ਮਿਲਦੀ ਹੈ। ਜਿਸ ਵਿੱਚ ਸਿਰਫ ਇੱਕ ਫੋਟੋ ਸੀ। ਕੇਲੂ ਦੇ ਸਿਰ ਉੱਤੇ ਸਿਹਰੇ ਬੰਨੇ ਹੋਏ ਸਨ ਤੇ ਉਸ ਨਾਲ ਚਾਪੜ ਮੂੰਹ ਵਰਗੇ ਵਾਲੀ ਕੁੜੀ ਉਸ ਦੇ ਬਰਾਬਰ ਖੜੀ ਸੀ ਤੇ ਕੇਲੂ ਮੁਸਕਰਾ ਰਿਹਾ ਸੀ। ਜਿਹੜੀ ਕੁੰਡੇ ਨੇ ਪਹਿਲਾਂ ਵੀ ਫੋਟੋ ਵੇਖੀ ਸੀ, ਇਹ ਉਹੀ ਕੁੜੀ ਸੀ। ਕੁੰਡਾ ਕਿੰਨਾ ਕੁ ਚਿਰ ਇਹ ਫੋਟੋ ਵੇਖਦਾ ਰਹਿੰਦਾ ਤੇ ਫਿਰ ਉਹਨੂੰ ਗੁੱਸਾ ਆਇਆ ਤੇ ਉਸਨੇ ਫੋਟੋ ਦੇ ਟੁਕੜੇ ਕਰਕੇ ਉਸ ਨੂੰ ਚੁੱਲ੍ਹੇ ਵਿੱਚ ਸੁੱਟ ਦਿੱਤਾ ਤੇ ਆਪ ਵਿਹੜੇ ਵਿੱਚ ਪਈ ਮੰਜੀ 'ਤੇ ਆ ਕੇ ਲੰਮਾ ਪੈ ਗਿਆ। ਕੇਲੂ ਦੀ ਮਾਂ ਬੀਰੋ ਦੇ ਪੁੱਛਣ 'ਤੇ ਵੀ ਉਸਨੇ ਕੁਝ ਨਾ ਦੱਸਿਆ ਤੇ ਬੀਰੋ ਉਸਦੀ ਹਾਲਤ ਦੇਖ ਕੇ ਬਿਰ ਕਰਦੀ ਹੋਈ ਉਹਦੇ ਆਲੇ ਦੁਆਲੇ ਤੁਰੀ ਫਿਰਦੀ ਹੈ। ਥੋੜ੍ਹਾ ਸਮਾਂ ਬਾਅਦ ਜਦੋਂ ਸ਼ੇਰੂ ਮਿਰਾਬੀ ਕੁੰਡੇ ਨਾਲ ਘੜੀ ਮਿਲਾਉਣ ਲਈ ਆਉਂਦਾ ਹੈ ਤਾਂ ਉਹ ਬੂਹਾ ਖੜਕਾਇਆ ਤਾਂ ਉਵੇਂ ਪਏ ਹੀ ਕੁੰਡੇ ਨੇ ਘੱਗੀ ਆਵਾਜ਼ ਵਿੱਚ ਕਿਹਾ, ਕੇਲੂ ਦੀ ਬੇਬੇ, ਇਹਨੂੰ ਕਹਿ ਦੇ ਘੜੀ ਤਾਂ ਖਰਾਬ ਹੋ ਗਈ। ਉਦੋਂ ਹੀ ਉਹ ਉੱਠ ਕੇ ਆਪਣੇ ਕੁੜਤੇ ਦੇ ਕਾਜ ਵਿੱਚੋਂ ਘੜੀ ਦੀ ਸੰਗਲੀ ਦਾ ਛੱਲਾ ਕੱਢ ਦਿੰਦਾ ਹੈ। ਇਹ ਸੀ ਆਪਣਾ 5ਵਾਂ ਪਾਠ, ਘੜੀ ਤਾਂ ਖਰਾਬ ਹੋ ਗਈ। 5ਵਾਂ ਪਾਠ ਆਪਣਾ ਪੂਰਾ ਹੋ ਗਿਆ ਹੈ। ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਨੇ ਹਨ। ਜਿਨ੍ਹਾਂ ਨੇ ਹਜੇ ਤੱਕ ਇੱਕ ਵਾਰ ਵੀ ਆਪਣੇ ਪ੍ਰਸ਼ਨ ਉੱਤਰ ਚੈੱਕ ਨਹੀਂ ਕਰਵਾਏ, ਉਹ ਆਪਣੇ ਪ੍ਰਸ਼ਨ ਉੱਤਰ ਚੈੱਕ ਕਰਵਾਉਣ ਤਾਂ ਜੋ ਸਿਲੇਬਸ ਰੂਟੀਨ ਦੇ ਵਿੱਚ ਚੱਲ ਸਕੇ ਤੇ ਨਾਲ ਤੁਹਾਨੂੰ ਇਹ ਨੋਟਸ ਬਣਾਉਣੇ ਬਹੁਤ ਜ਼ਰੂਰੀ ਹਨ। ਮੈਂ ਤੁਹਾਨੂੰ ਹਰ ਵੀਡੀਓ ਦੇ ਵਿੱਚ ਕਹਿ ਰਿਹਾ ਹਾਂ ਕਿ ਤੁਸੀਂ ਨੋਟਸ ਬਣਾਓ ਤੇ ਨੋਟਸ ਨੂੰ ਚੈੱਕ ਕਰਵਾਓ, ਸਮਾਂ ਨਾ ਗਵਾਓ। ਨੋਟਸ ਬਣਾਉਣੇ ਬਹੁਤ ਜ਼ਿਆਦਾ ਜ਼ਰੂਰੀ ਹਨ। ਧੰਨਵਾਦ।